Attention Outlook। ਮਹਿਲਾ ਪੰਜਵਾਂ। ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ, ਵਥ ਸੁਹਾਵੀ ਸਾਈ ਨਾਨਕ ਨਾਉ ਜਪੰਦੋ ਤਿਸ ਧਨੀ। ਦਾਮਨੀ ਤੋਂ ਭਾਵ ਬਿਜਲੀ। ਇੱਥੇ ਉਸ ਬਿਜਲੀ ਦੀ ਗੱਲ ਹੋ ਰਹੀ ਹੈ ਜੋ ਆਸਮਾਨ ਦੇ ਵਿੱਚ ਚਮਕਦੀ ਹੈ ਬਾਰਿਸ਼ ਦੇ ਦੌਰਾਨ। ਉਹਦੀ ਬੁਨਿਆਦ ਬੜੀ ਥੋੜ੍ਹ ਚਿਰੀ ਹੁੰਦੀ ਹੈ, ਕੁਝ ਸਮੇਂ ਦੇ ਲਈ ਹੀ, ਬਲਕਿ ਕੁਝ ਪਲਾਂ ਦੇ ਲਈ ਹੀ ਉਹ ਆਸਮਾਨ ਦੇ ਵਿੱਚ ਚਮਕਦੀ ਹੈ ਤੇ ਫਿਰ ਅਲੋਪ ਹੋ ਜਾਂਦੀ ਹੈ। ਗੁਰੂ ਜੀ ਕਹਿੰਦੇ ਕਿ ਕਿਸੇ ਵੀ ਜੀਵ ਦਾ ਜਗਤ ਦੇ ਵਿੱਚ ਆਉਣਾ ਵੀ ਬਿਜਲੀ ਦੀ ਉਸ ਚਮਕ ਵਰਗਾ ਹੈ। ਉਹ ਕੁਝ ਸਮੇਂ ਦੇ ਲਈ ਹੀ ਜਗਤ ਤੇ ਆਉਂਦਾ ਹੈ। ਵੇਖਣ ਨੂੰ ਬੇਸ਼ੱਕ ਅਸੀਂ ਇਹ ਸੋਚ ਲਈਏ ਕਿ ਕਈ ਇਨਸਾਨ 100 ਸਾਲ ਤੱਕ ਵੀ ਜੀ ਜਾਂਦੇ ਹਨ, 100 ਤੋਂ ਉੱਪਰ ਵੀ ਟੱਪ ਜਾਂਦੇ ਨੇ। ਐਵਰੇਜ ਤੌਰ 'ਤੇ ਵੀ ਗੱਲ ਕਰੀਏ ਤਾਂ 60 ਕੁ ਸਾਲ ਦੀ ਉਮਰ ਇਨਸਾਨ ਦੀ ਆਪਾਂ ਮੰਨ ਕੇ ਚੱਲਦੇ ਹਾਂ, ਤਾਂ 60 ਸਾਲ ਦਾ ਸਮਾਂ ਤੇ ਬਹੁਤ ਲੰਬਾ ਹੋਇਆ। ਅਸੀਂ ਜੇਕਰ ਆਪਣੇ ਜੀਵਨ ਕਾਲ ਦੇ ਸੰਦਰਭ ਦੇ ਵਿੱਚ ਵੇਖੀਏ ਤਾਂ 60 ਸਾਲ ਦਾ ਸਮਾਂ ਬਹੁਤ ਲੰਬਾ ਹੈ, ਪਰ ਜੇਕਰ ਅਸੀਂ ਸ੍ਰਿਸ਼ਟੀ ਦੀ ਰਚਨਾ ਕਦੋਂ ਹੋਈ ਤੇ ਇਹਦਾ ਖਾਤਮਾ ਕਦੋਂ ਹੋਣਾ ਹੈ, ਉਸ ਸੰਦਰਭ ਦੇ ਵਿੱਚ ਦੇਖੀਏ ਤੇ 60 ਸਾਲ ਦਾ ਸਮਾਂ ਕੁਝ ਵੀ ਨਹੀਂ। ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਨੂੰ ਹੀ 5 ਸਦੀਆਂ ਬੀਤ ਚੁੱਕੀਆਂ ਨੇ। ਇਹਨਾਂ 5 ਸਦੀਆਂ ਦੇ ਸੰਦਰਭ ਦੇ ਵਿੱਚ ਵੀ ਜੇਕਰ ਅਸੀਂ ਵੇਖ ਲਈਏ ਤੇ 60 ਸਾਲ ਬੜੇ ਥੋੜ੍ਹੇ ਜਾਪਦੇ ਨੇ। ਤੇ ਸ੍ਰਿਸ਼ਟੀ ਦੀ ਰਚਨਾ ਜੋ ਕਿ ਲੱਖਾਂ ਕਰੋੜਾਂ ਸਾਲ ਪਹਿਲਾਂ ਹੋਈ ਤੇ ਇਹਦਾ ਖਾਤਮਾ ਹਜੇ ਕੀ ਪਤਾ ਹੋਰ ਕਿੰਨੇ ਲੱਖਾਂ ਕਰੋੜਾਂ ਸਾਲਾਂ ਬਾਅਦ ਹੋਣਾ ਹੈ। ਇਹਦਾ ਅੰਦਾਜ਼ਾ ਤੇ ਅਸੀਂ ਨਹੀਂ ਲਗਾ ਸਕਦੇ, ਪਰ ਇੰਨੀ ਵੱਡੀ ਬੁਨਿਆਦ ਦੇ ਵਿੱਚ 60 ਸਾਲ ਦੀ ਜੋ ਬੁਨਿਆਦ ਹੈ, 60 ਸਾਲ ਦਾ ਇਨਸਾਨ ਦਾ ਸਮਾਂ ਬਹੁਤ ਥੋੜ੍ਹਾ ਜਾਪਦਾ ਹੈ। ਆਸਮਾਨੀ ਬਿਜਲੀ ਦੀ ਚਮਕ ਵਰਗਾ ਹੀ ਹੈ। ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ, ਵਥ ਸੁਹਾਵੀ ਸਾਈ ਨਾਨਕ ਨਾਉ ਜਪੰਦੋ ਤਿਸ ਧਣੀ। ਇਸ ਕਰਕੇ ਇਸ ਜੀਵਨ ਦੇ ਵਿੱਚ ਜਿਹੜਾ ਕਿ ਬੜਾ ਥੋੜ੍ਹਾ ਹੈ, ਵਥ ਤੋਂ ਭਾਵ ਵਸਤੂ, ਸੁਹਾਵੀ ਵਸਤੂ ਉਹੀ ਹੈ, ਸੋਹਣੀ ਚੀਜ਼ ਉਹੀ ਹੈ ਕਿ ਤੁਸੀਂ ਉਸ ਮਾਲਕ ਦਾ ਨਾਮ ਜਪ ਲਵੋ। ਨਾਉ ਜਪੰਦੋ ਤਿਸ ਧਣੀ। ਧਣੀ ਤੋਂ ਭਾਵ ਮਾਲਕ। ਉਸ ਮਾਲਕ ਦਾ ਨਾਮ ਜਪਣਾ ਹੀ ਜ਼ਿੰਦਗੀ ਦੀ ਸਭ ਤੋਂ ਸੋਹਣੀ ਚੀਜ਼ ਹੈ, ਸੋਹਣਾ ਸਮਾਂ ਹੈ। ਪੌੜੀ। ਸਿਮਰਤ ਸ਼ਾਸਤਰ ਸੋਧ ਸਭ, ਕਿੰਨਾ ਕੀਮ ਨਾ ਜਾਣੀ। ਗੁਰੂ ਜੀ ਕਹਿੰਦੇ ਕਿ ਅਸੀਂ ਸਾਰੀਆਂ ਹੀ ਸਮਿਰਤੀਆਂ ਅਤੇ ਸ਼ਾਸਤਰ ਚੰਗੀ ਤਰ੍ਹਾਂ ਵੇਖੇ ਹਨ, ਸੋਧ ਲਏ ਹਨ। ਕਿਸੇ ਨੇ ਵੀ ਉਸ ਕਰਤਾਰ ਦੀ ਕੀਮਤ ਨਹੀਂ ਪਾਈ। ਸਮਿਰਤੀਆਂ ਤੇ ਸ਼ਾਸਤਰਾਂ ਨੂੰ ਲਿਖਣ ਵਾਲੇ ਵੀ ਉਸ ਕਰਤਾਰ ਦੀ ਕੀਮਤ ਜਾਣ ਨਹੀਂ ਪਾਈ। ਜੋ ਜਨ ਭੇਟੈ ਸਾਧ ਸੰਗ, ਸੋ ਹਰ ਰੰਗ ਮਾਣੀ। ਉਸ ਪਰਮਾਤਮਾ ਦੇ ਮਿਲਾਪ ਨੂੰ ਉਹੀ ਮਨੁੱਖ ਮਾਣ ਸਕਦਾ ਹੈ ਜੋ ਸਤਸੰਗ ਦੇ ਵਿੱਚ ਜਾ ਮਿਲਦਾ ਹੈ ਤੇ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ। ਸੱਚ ਨਾਮ ਕਰਤਾ ਪੁਰਖ, ਇਹ ਰਤਨਾ ਖਾਣੀ। ਉਸ ਪਰਮਾਤਮਾ ਦਾ ਸੱਚਾ ਨਾਮ ਤੇ ਅਕਾਲ ਪੁਰਖ ਪਰਮਾਤਮਾ ਆਪ ਇਹ ਜਾਣ ਲਵੋ ਕਿ ਰਤਨਾ ਦੀ, ਕੀਮਤੀ ਰਤਨਾ ਦੀ ਇੱਕ ਖਾਣ ਹੈ। ਮਸਤਕ ਹੋਵੈ ਲਿਖਿਆ ਹਰ ਸਿਮਰ ਪ੍ਰਾਣੀ, ਪਰ ਇਹ ਖਾਣ ਉਸੇ ਮਨੁੱਖ ਨੂੰ ਹੀ ਮਿਲਦੀ ਹੈ। ਇਹ ਸੁਭਾਗ ਪਰਮਾਤਮਾ ਦੇ ਨਾਮ ਨੂੰ ਸਿਮਰਨ ਦਾ ਉਸੇ ਮਨੁੱਖ ਨੂੰ ਮਿਲਦਾ ਹੈ ਜਿਹਦੇ ਮੱਥੇ ਤੇ ਇਹ ਭਾਗ ਪਰਮਾਤਮਾ ਨੇ ਆਪ ਲਿਖਿਆ ਹੋਏ। ਤੋਸਾ ਦਿਚੈ ਸੱਚ ਨਾਮ ਨਾਨਕ ਮਹਿਮਾਣੀ। ਹੇ ਪ੍ਰਭੂ, ਨਾਨਕ ਦੀ ਤੇਰੇ ਅੱਗੇ ਇਹੀ ਬੇਨਤੀ ਹੈ ਕਿ ਉਹਦੇ ਜੀਵਨ ਦੇ ਸਫ਼ਰ ਦੇ ਲਈ ਆਪਣਾ ਨਾਮ ਖਾਤਰਦਾਰੀ ਦੇ ਤੌਰ ਤੇ ਰਾਹ ਦਾ ਖਰਚ ਦੇ ਦੇ। ਤੋਸਾ ਤੋਂ ਭਾਵ ਰਾਹ ਦਾ ਖਰਚ, ਮਹਿਮਾਣੀ ਤੋਂ ਭਾਵ ਖਾਤਰਦਾਰੀ, ਕਿ ਪ੍ਰਮਾਤਮਾ ਮੈਂ ਤੇਰੇ ਤੋਂ ਸਿਰਫ ਇੰਨੀ ਖਾਤਰਦਾਰੀ ਮੰਗਦਾ ਕਿ ਮੇਰੇ ਜੀਵਨ ਦੇ ਸਫ਼ਰ ਦੇ ਲਈ ਤੇਰਾ ਨਾਮ ਮੈਨੂੰ ਖਰਚੇ ਦੇ ਰੂਪ ਦੇ ਵਿੱਚ ਦੇ ਦੇ। ਸ਼ਲੋਕ ਮਹਿਲਾ ਪੰਜਵਾਂ। ਅੰਤਰ ਚਿੰਤਾ ਨੈਣੀ ਸੁਖੀ, ਮੂਲ ਨਾ ਉਤਰੈ ਭੁੱਖ। ਜਿਹਦੇ ਮਨ ਵਿੱਚ ਚਿੰਤਾ ਹੋਏ, ਅੰਦਰ ਚਿੰਤਾ ਹੋਏ, ਬਾਹਰੋਂ ਬੇਸ਼ੱਕ ਜਿੰਨਾ ਮਰਜ਼ੀ ਆਪਣੇ ਆਪ ਨੂੰ ਸੁਖੀ ਵਿਖਾ ਲਵੇ, ਆਪਣੇ ਨੈਣਾਂ ਦੇ ਵਿੱਚ, ਆਪਣੀਆਂ ਅੱਖਾਂ ਦੇ ਰਾਹੀਂ ਜਿੰਨਾ ਮਰਜ਼ੀ ਜ਼ਾਹਿਰ ਕਰ ਲਵੇ ਕਿ ਉਹ ਸੁਖੀ ਹੈ,
ਪਰ ਉਹਦੇ ਅੰਦਰੋਂ ਮਾਇਆ ਦੀ ਭੁੱਖ ਮਿਟਦੀ ਨਹੀਂ। ਇਹ ਮਾਇਆ ਦੀ ਭੁੱਖ ਹੀ ਚਿੰਤਾ ਦਾ ਕਾਰਨ ਬਣਦੀ ਹੈ। ਤੇ ਇੱਥੇ ਹੀ ਉਹ ਗੱਲ ਆ ਜਾਂਦੀ ਹੈ ਜੋ ਆਪਾਂ ਕਈ ਵਾਰ ਕਰ ਚੁੱਕੇ ਹਾਂ ਕਿ ਬੜੇ ਅਮੀਰ ਤਰੀਨ ਲੋਕ ਇਸ ਦੁਨੀਆ ਤੇ ਪਏ ਹਨ। ਬਾਹਰੋਂ ਵੇਖਣ ਨੂੰ ਸਾਨੂੰ ਲੱਗਦਾ ਹੈ ਕਿ ਬੜੇ ਸੁਖੀ ਨੇ, ਇਹਨਾਂ ਕੋਲ ਤੇ ਪੈਸਾ ਜਾਇਦਾਦ ਬਹੁਤ ਹੈ, ਇਹਨਾਂ ਦੀ ਜ਼ਿੰਦਗੀ ਦੇ ਵਿੱਚ ਤੇ ਕੋਈ ਦੁੱਖ ਹੋ ਨਹੀਂ ਸਕਦਾ। ਪਰ ਅਸੀਂ ਇਹ ਗੱਲ ਨਹੀਂ ਜਾਣਦੇ ਜੋ ਗੁਰੂ ਜੀ ਨੇ ਇੱਥੇ ਲਿਖੀ ਹੈ ਕਿ ਉਹਨਾਂ ਦੇ ਅੰਦਰ ਮਾਇਆ ਦੀ ਭੁੱਖ ਹੁੰਦੀ ਹੈ। ਉਹ ਭੁੱਖ ਉਹਨਾਂ ਦੇ ਅੰਦਰ ਚਿੰਤਾ ਪੈਦਾ ਕਰਦੀ ਹੈ। ਬਹੁਤ ਜ਼ਿਆਦਾ ਜ਼ਮੀਨ ਜਾਇਦਾਦ ਸੰਪત્ਤੀ ਹੋਣੀ ਉਹਦੇ ਖੁੱਸਣ ਦਾ ਡਰ ਵੀ ਨਾਲ ਹੀ ਲੈ ਕੇ ਆਉਂਦੀ ਹੈ। ਉਹ ਡਰ ਹੀ ਉਹਨਾਂ ਦੇ ਚੈਨ ਨੂੰ, ਉਹਨਾਂ ਦੇ ਸੁੱਖ ਨੂੰ ਖੋਰਾ ਲਾਉਂਦਾ ਰਹਿੰਦਾ ਹੈ। ਸਾਨੂੰ ਦੇਖਣ ਨੂੰ ਲੱਗਦਾ ਕਿ ਉਹ ਬੜੇ ਸੁਖੀ ਨੇ, ਪਰ ਉਹ ਸੁਖੀ ਨਹੀਂ ਹੁੰਦੇ। ਕਿਸੇ ਕੋਲੇ ਉੱਚਾ ਅਹੁਦਾ ਹੋਵੇ, ਉਹਨੂੰ ਵੀ ਡਰ ਪਿਆ ਰਹਿੰਦਾ ਹੈ ਕਿ ਕਿਤੇ ਇਹ ਅਹੁਦਾ ਖੁੱਸ ਨਾ ਜਾਂਦਾ ਹੋਵੇ। ਤੇ ਸੰਪੱਤੀਆਂ ਵਾਲਿਆਂ ਦੀ ਜਿੱਥੋਂ ਤੱਕ ਗੱਲ ਹੈ, ਜਿੰਨੀ ਮਰਜ਼ੀ ਹੋਵੇ, ਹੋਰ ਇਕੱਠੀ ਕਰਨ ਦੀ ਭੁੱਖ ਉਹਨਾਂ ਦੇ ਅੰਦਰੋਂ ਜਾਂਦੀ ਨਹੀਂ। ਤੇ ਜਦ ਤੱਕ ਹੋਰ ਇਕੱਠੀ ਕਰਨ ਦੀ ਭੁੱਖ ਮਨ ਦੇ ਵਿੱਚ ਹੈ, ਮਨ ਦੇ ਅੰਦਰ ਉਬਲਾ ਚੁਬਲੀ ਲੱਗੀ ਰਹੇਗੀ, ਚਿੰਤਾ ਦਾ ਕਾਰਨ ਬਣਿਆ ਰਹੇਗਾ। ਬਾਹਰੋਂ ਸਾਨੂੰ ਸੁਖੀ ਦਿਸਦੇ ਰਹਿਣਗੇ, ਪਰ ਅੰਦਰ ਬਹੁਤ ਜ਼ਿਆਦਾ ਦੁੱਖ ਭੋਗਦੇ ਪਏ ਹੋਣਗੇ। ਜੇ ਇਸ ਜਗਤ ਦੇ ਵਿੱਚ ਕੋਈ ਸੁਖੀ ਹੈ ਤਾਂ ਸਿਰਫ ਉਹ ਜਿਹਨੇ ਪ੍ਰਮਾਤਮਾ ਦੇ ਨਾਲ ਲਿਵ ਜੋੜ ਲਈ, ਆਪਣੀ ਜ਼ਿੰਦਗੀ ਉਹਦੇ ਆਸਰੇ ਛੱਡ ਦਿੱਤੀ ਕਿ ਪ੍ਰਮਾਤਮਾ ਜੋ ਤੂੰ ਮੈਨੂੰ ਦੇ ਦਿੱਤਾ ਉਹਦੇ ਵਿੱਚ ਮੈਂ ਖੁਸ਼ ਹਾਂ, ਮੈਨੂੰ ਮਿਹਨਤ ਕਰਨ ਦਾ ਬਲ ਬਖਸ਼ੀ ਰੱਖ, ਜਜ਼ਬਾ ਬਖਸ਼ੀ ਰੱਖ, ਤੇ ਜਿਹੜੀਆਂ ਮੇਰੀਆਂ ਮੁੱਢਲੀਆਂ ਜ਼ਰੂਰਤਾਂ ਨੇ ਉਹ ਪੂਰੀਆਂ ਕਰੀ ਰੱਖ, ਮੈਂ ਖੁਸ਼ ਹੀ ਖੁਸ਼ ਹਾਂ, ਤੇਰੀ ਰਜ਼ਾ ਮੈਨੂੰ ਮਨਜ਼ੂਰ ਹੈ। ਅਜਿਹੇ ਲੋਕ ਹੀ ਸੁਖੀ ਨੇ। ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੋ ਦੁੱਖ। ਪਰਮਾਤਮਾ ਦੇ ਨਾਮ ਤੋਂ ਬਿਨਾਂ ਕਿਸੇ ਦਾ ਦੁੱਖ ਨਹੀਂ ਲੱਥਦਾ। ਧਨ ਦੌਲਤਾਂ ਸੰਪੱਤੀਆਂ ਦੁੱਖ ਮਿਟਾ ਨਹੀਂ ਸਕਦੀਆਂ। ਮਹਿਲਾ ਪੰਜਵਾਂ। ਮੁੱਠੜੇ ਸੇਈ ਸਾਥ ਜਿੰਨੀ ਸੱਚ ਨਾ ਲੱਦਿਆ। ਮੁੱਠੜੇ ਤੋਂ ਭਾਵ ਠੱਗੇ ਜਾਣਾ, ਤੇ ਸਾਥ ਤੋਂ ਇੱਥੇ ਭਾਵ ਹੈ ਵਪਾਰੀਆਂ ਦੇ ਟੋਲੇ। ਗੁਰੂ ਜੀ ਕਹਿੰਦੇ ਕਿ ਉਹਨਾਂ ਜੀਵ ਵਪਾਰੀਆਂ ਦੇ ਟੋਲਿਆਂ ਦੇ ਟੋਲੇ ਲੁੱਟੇ ਗਏ ਜਾਣੋ, ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਰੂਪ ਸੌਦਾ ਨਹੀਂ ਲੱਦਿਆ। ਨਾਨਕ ਸੇ ਸ਼ਾਬਾਸ਼ ਜਿਨੀ ਗੁਰਮਿਲ ਇੱਕ ਪਛਾਣਿਆ। ਹੇ ਨਾਨਕ, ਉਹਨਾਂ ਨੂੰ ਸ਼ਾਬਾਸ਼ੇ ਹੈ ਜਿਨ੍ਹਾਂ ਨੇ ਗੁਰੂ ਨਾਲ ਮਿਲ ਕੇ ਉਸ ਇੱਕ ਪ੍ਰਮਾਤਮਾ ਨੂੰ ਪਛਾਣ ਲਿਆ ਹੈ। ਪੌੜੀ। ਜਿੱਥੈ ਬੈਸਨ ਸਾਧ ਜਨ ਸੋ ਥਾਨ ਸੁਹੰਦਾ। ਸਾਧ ਜਨ ਗੁਰਮੁਖ ਲੋਕ ਜਿੱਥੇ ਵੀ ਬੈਠਦੇ ਹਨ ਉਹ ਥਾਂ ਸੋਹਣਾ ਹੋ ਜਾਂਦਾ ਹੈ। ਓਏ ਸੇਵਨ ਸਮਰੱਥ ਆਪਣਾ ਬਿਨਸੈ ਸਭ ਮੰਦਾ। ਕਿਉਂਕਿ ਉੱਥੇ ਬੈਠ ਕੇ ਉਹ ਗੁਰਮੁਖ ਬੰਦੇ ਆਪਣੇ ਸਮਰੱਥ ਪ੍ਰਮਾਤਮਾ ਨੂੰ ਸਿਮਰਦੇ ਹਨ। ਇਸ ਕਰਕੇ ਉਹਨਾਂ ਦੇ ਮਨਾਂ ਦੇ ਵਿੱਚੋਂ ਹਰ ਤਰ੍ਹਾਂ ਦੀ ਬੁਰਾਈ ਨਾਸ ਹੋ ਜਾਂਦੀ ਹੈ। ਪਤਿਤ ਉਦਾਹਰਨ ਪਾਰ ਬ੍ਰਹਮ ਸੰਤ ਵੇਦ ਕਹੰਦਾ। ਪਾਰ ਬ੍ਰਹਮ ਪ੍ਰਮਾਤਮਾ ਵਿਕਾਰਾਂ ਦੇ ਵਿੱਚ ਡਿੱਗਿਆਂ ਹੋਇਆਂ ਨੂੰ ਬਚਾਉਣ ਵਾਲਾ ਹੈ, ਬਚਾਉਣ ਦੇ ਸਮਰੱਥ ਹੈ। ਸੰਤ ਜਨ ਵੀ ਇਹੀ ਆਖਦੇ ਹਨ ਤੇ ਵੇਦ ਵੀ ਇਹੀ ਆਖਦੇ ਹਨ। ਭਗਤ ਵਸ਼ਲ ਤੇਰਾ ਬਿਰਧ ਹੈ ਜੁਗ ਜੁਗ ਵਰਤੰਦਾ। ਇਹ ਪ੍ਰਮਾਤਮਾ, ਆਪਣੇ ਭਗਤਾਂ ਨੂੰ ਪਿਆਰ ਕਰਨਾ ਤਾਂ ਤੇਰਾ ਮੁੱਢ ਕਦੀਮ ਦਾ ਸੁਭਾਅ ਹੈ। ਜੁਗਾਂ ਜੁਗਾਂ ਤੋਂ ਇਹ ਗੱਲ ਵਰਤਦੀ ਆਈ ਹੈ। ਨਾਨਕ ਚਾਚਾ ਏਕ ਨਾਮ ਮਨ ਤਨ ਭਾਵੰਦਾ। ਨਾਨਕ ਤੇਰਾ ਨਾਮ ਹੀ ਮੰਗਦਾ ਹੈ। ਤੇਰਾ ਨਾਮ ਮੇਰੇ ਮਨ ਦੇ ਵਿੱਚ ਅਤੇ ਮੇਰੇ ਤਨ ਦੇ ਵਿੱਚ ਭਾਉਂਦਾ ਹੈ, ਚੰਗਾ ਲੱਗਦਾ ਹੈ। ਸ਼ਲੋਕ ਮਹਿਲਾ ਪੰਜਵਾਂ। ਚਿੜੀ ਚੁਹਕੀ ਬਹੁ ਫੁੱਟੀ ਵਗਨ ਬਹੁਤ ਤਰੰਗ। ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ। ਜਦੋਂ ਪਹੁ ਫੁਟਾਲਾ ਹੁੰਦਾ ਹੈ, ਪਹੁ ਫੁੱਟਦਾ ਹੈ, ਰਾਤ ਦੇ ਬੀਤ ਜਾਣ ਤੋਂ ਬਾਅਦ ਚਾਨਣ ਦੀਆਂ ਰਿਸ਼ਮਾਂ ਚਾਰੇ ਪਾਸੇ ਜਦ ਰੌਸ਼ਨੀ ਫੈਲਾਉਣੀ ਸ਼ੁਰੂ ਕਰਦੀਆਂ ਨੇ ਤੇ ਚਿੜੀਆਂ ਦੀ ਚਹਿਚਹਾਹਟ ਹੁੰਦੀ ਹੈ, ਚਿੜੀਆਂ ਚਹਿਕਦੀਆਂ ਹਨ। ਸਵੇਰ ਦੇ ਵੇਲੇ ਦੀ ਗੱਲ ਹੋ ਰਹੀ ਹੈ। ਉਸ ਵੇਲੇ ਪਰਮਾਤਮਾ ਦੇ ਭਗਤ ਦੇ ਹਿਰਦੇ ਵਿੱਚ ਉਹਦੇ ਨਾਮ ਸਿਮਰਨ ਦੇ ਬਹੁਤ ਤਰੰਗ ਉੱਠਦੇ ਹਨ। ਕਾਰਨ ਇਹ ਹੈ, ਅੰਮ੍ਰਿਤ ਵੇਲਾ, ਸੁਬਾਹ ਦਾ ਵੇਲਾ ਜੋ ਹੈ, ਉਹਨੂੰ ਇੰਨਾ ਮਹੱਤਵ ਕਿਉਂ ਦਿੱਤਾ ਗਿਆ ਹੈ ਕਿ ਉਸ ਵਕਤ
ਜੋ ਕੁਝ ਪਰਮਾਤਮਾ ਦਾ ਬਣਾਇਆ ਹੋਇਆ ਹੈ, ਕੁਦਰਤ ਹੈ, ਜੋ ਕੁਦਰਤੀ ਰੂਪ ਹੈ, ਬਿਨਾਂ ਮਨੁੱਖੀ ਛੇੜਛਾੜ ਵਾਲਾ ਸੰਸਾਰ ਪ੍ਰਬਲ ਹੁੰਦਾ ਹੈ। ਜਿਉਂ-ਜਿਉਂ ਦਿਨ ਚੜ੍ਹਨ ਲੱਗਦਾ ਹੈ, ਲੋਕ ਆਪਣੇ ਘਰੋਂ ਬਾਹਰ ਨਿਕਲਣੇ ਸ਼ੁਰੂ ਹੁੰਦੇ ਨੇ, ਵੱਖ-ਵੱਖ ਪ੍ਰਕਾਰ ਦੇ ਕੰਮਕਾਰ ਸ਼ੁਰੂ ਹੋ ਜਾਂਦੇ ਨੇ, ਵੱਖ-ਵੱਖ ਪ੍ਰਕਾਰ ਦੀਆਂ ਮਸ਼ੀਨਰੀਆਂ ਦੀਆਂ ਆਵਾਜ਼ਾਂ ਹਵਾ ਦੇ ਵਿੱਚ ਗੂੰਜ ਜਾਂਦੀਆਂ ਨੇ। ਪਰ ਜਦੋਂ ਬਿਲਕੁਲ ਸਵੇਰ ਹੁੰਦੀ ਹੈ ਤਾਂ ਇਹ ਸਭ ਕੁਝ ਨਹੀਂ ਹੁੰਦਾ, ਸਿਰਫ ਸਾਨੂੰ ਕੁਦਰਤ ਦੀਆਂ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਨੇ। ਬੇਸ਼ੱਕ ਉਹ ਵਗਦੀਆਂ ਹਵਾਵਾਂ ਦੀ ਆਵਾਜ਼ ਹੋਵੇ, ਪੰਛੀਆਂ ਦੀ ਚਹਿਚਹਾਹਟ ਹੋਵੇ। ਉਹ ਸਮਾਂ ਹੁੰਦਾ ਹੈ ਜਦੋਂ ਅਸੀਂ ਪ੍ਰਮਾਤਮਾ ਨੂੰ ਜਾਣਦੇ ਹਾਂ, ਪ੍ਰਮਾਤਮਾ ਨੂੰ ਨੇੜੇ ਤੋਂ ਮਹਿਸੂਸ ਕਰ ਸਕਦੇ ਹਾਂ। ਇਸੇ ਲਈ ਹੀ ਜੋ ਪ੍ਰਮਾਤਮਾ ਦੇ ਭਗਤ ਨੇ, ਉਹਨਾਂ ਦੇ ਦਿਲਾਂ ਦੇ ਵਿੱਚ ਪ੍ਰਮਾਤਮਾ ਦੇ ਨਾਮ ਸਿਮਰਨ ਦੀਆਂ ਬਹੁਤ ਤਰੰਗਾਂ ਉੱਠਣ ਲੱਗਦੀਆਂ ਹਨ ਜਦੋਂ ਹੀ ਪੌ ਫੁੱਟਦਾ ਹੈ। ਅਚਰਜ ਰੂਪ ਸੰਤਨ ਰਚੇ, ਨਾਨਕ ਨਾਮੈ ਰੰਗ। ਹੈ ਨਾਨਕ, ਜਿਹੜੇ ਗੁਰਮੁਖ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਹੁੰਦੇ ਨੇ, ਉਹ ਉਸ ਵਕਤ ਆਪਣੀਆਂ ਅੱਖਾਂ ਦੇ ਸਾਹਮਣੇ ਪ੍ਰਮਾਤਮਾ ਦੇ ਇਹ ਅਚਰਜ ਕੌਤਕ ਵੇਖਦੇ ਨੇ। ਮਹਿਲਾ ਪੰਜਵਾਂ। ਘਰ ਮੰਦਰ ਖੁਸ਼ੀਆਂ ਤਹੀਂ, ਜਹਾਂ ਤੂੰ ਆਵੈ ਚਿੱਤ। ਉਹਨਾਂ ਘਰਾਂ ਤੇ ਮੰਦਰਾਂ ਦੇ ਵਿੱਚ ਹੀ ਅਸਲੀ ਖੁਸ਼ੀਆਂ ਨੇ ਜਿਨ੍ਹਾਂ ਦੇ ਵਿੱਚ ਪਰਮਾਤਮਾ ਤੂੰ ਚੇਤੇ ਆਉਂਦਾ ਹੈ। ਜਿੱਥੇ ਤੂੰ ਚੇਤੇ ਨਹੀਂ ਆਉਂਦਾ ਉੱਥੇ ਖੁਸ਼ੀਆਂ ਅਸਲੀ ਨਹੀਂ। ਦੁਨੀਆ ਕੀਆਂ ਵਡਿਆਈਆਂ, ਨਾਨਕ ਸਭ ਕੁਮਿਤ। ਜੇ ਪ੍ਰਭੂ ਵਿਸਰ ਜਾਏ ਤਾਂ ਹੇ ਨਾਨਕ, ਦੁਨੀਆ ਦੀਆਂ ਬਾਕੀ ਜੋ ਵਡਿਆਈਆਂ ਨੇ ਉਹ ਸਾਰੀਆਂ ਖੋਟੇ ਮਿੱਤਰਾਂ ਵਰਗੀਆਂ ਰਹਿ ਜਾਂਦੀਆਂ ਨੇ। ਪੌੜੀ। ਹਰ ਧਨ ਸੱਚੀ ਰਾਸ ਹੈ, ਕਿਨੈ ਵਿਰਲੈ ਜਾਤਾ। ਪ੍ਰਮਾਤਮਾ ਦਾ ਨਾਮ ਰੂਪ ਧਨ ਹੀ ਅਸਲੀ ਰਾਸ ਪੂੰਜੀ ਹੈ। ਇਹ ਗੱਲ ਕਿਸੇ ਵਿਰਲੇ ਮਨੁੱਖ ਨੂੰ ਹੀ ਸਮਝ ਦੇ ਵਿੱਚ ਪੈਂਦੀ ਹੈ। ਤਿਸੈ ਪ੍ਰਾਪਤ ਭਾਈ ਰਹੋ, ਜਿਸ ਦੇ ਵਿਦਾਤਾ। ਇਹ ਭਰਾਵੋ, ਇਹ ਗੱਲ ਉਸੇ ਨੂੰ ਹੀ ਸਮਝ ਪੈਂਦੀ ਹੈ ਜਿਹਨੂੰ ਉਹ ਪ੍ਰਮਾਤਮਾ ਆਪ ਇਹ ਦਾਤ ਬਖਸ਼ਦਾ ਹੈ। ਮਨ ਤਨ ਭੀਤਰ ਮੌਲਿਆ, ਹਰ ਰੰਗ ਜਨ ਰਾਤਾ। ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਹੋਇਆ ਉਹ ਮਨੁੱਖ ਆਪਣੇ ਮਨ ਅਤੇ ਤਨ ਵਿੱਚ ਖਿੜਿਆ ਰਹਿੰਦਾ ਹੈ, ਸਦਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਸਾਧ ਸੰਗ ਗੁਣ ਗਾਇਆ, ਸਭ ਦੁੱਖ ਹੈ ਖਾਤਾ। ਉਹ ਸਾਧ ਸੰਗਤ ਦੇ ਵਿੱਚ ਮਿਲ ਕੇ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ। ਜਿਵੇਂ ਜਿਵੇਂ ਉਹ ਗੁਣ ਗਾਉਂਦਾ ਜਾਂਦਾ ਹੈ, ਤਿਵੇਂ ਤਿਵੇਂ ਆਪਣੇ ਅੰਦਰੋਂ ਵਿਕਾਰਾਂ ਨੂੰ ਖਤਮ ਕਰਦਾ ਜਾਂਦਾ ਹੈ। ਨਾਨਕ ਸੋਈ ਜੀਵਿਆ, ਜਿਨ ਇੱਕ ਪਛਾਤਾ। ਹੇ ਨਾਨਕ, ਉਹੀ ਮਨੁੱਖ ਅਸਲ ਦੇ ਵਿੱਚ ਜਿਉਂਦਾ ਹੈ ਜਿਸ ਨੇ ਇੱਕ ਪ੍ਰਭੂ ਨੂੰ ਪਛਾਣਿਆ ਹੈ। ਸ਼ਲੋਕ ਮਹਿਲਾ ਪੰਜਵਾਂ। ਖੱਖੜੀਆਂ ਸੁਹਾਵੀਆਂ, ਲੱਗੜੀਆਂ ਅੱਕ ਕੰਠ। ਵਿਰਹਾ ਵਿਛੋੜਾ ਧਣੀ ਸਿਓ, ਨਾਨਕ ਸਹਿਸੈ ਗੰਠ। ਜੇਕਰ ਤੁਸੀਂ ਅੱਕ ਦਾ ਬੂਟਾ ਦੇਖਿਆ ਹੋਏ ਤੇ ਯਾਦ ਕਰ ਪਾਓਗੇ ਕਿ ਉਹਦੇ ਤੇ ਇੱਕ ਫਲ ਲੱਗਿਆ ਹੁੰਦਾ ਹੈ, ਅਸੀਂ ਉਹਨੂੰ ਫਲ ਹੀ ਕਹਿ ਸਕਦੇ ਹਾਂ। ਗੁਰੂ ਸਾਹਿਬ ਨੇ ਉਸੇ ਫਲ ਨੂੰ ਹੀ ਖੱਖੜੀਆਂ ਕਿਹਾ ਹੈ। ਫਿਰ ਤੁਸੀਂ ਹਵਾ ਦੇ ਵਿੱਚ ਉੱਡਦੇ ਹੋਏ ਚਿੱਟੇ ਰੰਗ ਦੇ ਲੂਏ ਜਿਹੇ, ਜਿਨ੍ਹਾਂ ਨੂੰ ਅੱਕਾਂ ਦੇ ਭੰਬੂ ਕਿਹਾ ਜਾਂਦਾ ਹੈ, ਉਹ ਵੀ ਵੇਖੇ ਹੋਣਗੇ। ਗੁਰੂ ਜੀ ਕਹਿੰਦੇ ਕਿ ਉਹ ਖੱਖੜੀਆਂ ਜਦ ਤੱਕ ਅੱਕ ਦੇ ਨਾਲ ਲੱਗੀਆਂ ਹੋਈਆਂ ਨੇ ਤਦ ਤੱਕ ਸੋਹਣੀਆਂ ਲੱਗਦੀਆਂ ਨੇ, ਤੇ ਜਦੋਂ ਟੁੱਟ ਜਾਂਦੀਆਂ ਨੇ ਤਾਂ ਖੇਰੂ ਖੇਰੂ ਹੋ ਜਾਂਦੀਆਂ ਨੇ, ਭੰਬੂ ਬਣ ਕੇ ਹਰ ਪਾਸੇ ਨੂੰ ਭਟਕ ਜਾਂਦੀਆਂ ਨੇ। ਉਸ ਇੱਕ ਖੱਖੜੀ ਦੇ ਵਿੱਚੋਂ ਕਿੰਨੇ ਹੀ ਭੰਬੂ ਨਿਕਲ ਜਾਂਦੇ ਨੇ ਤੇ ਵੱਖ-ਵੱਖ ਦਿਸ਼ਾਵਾਂ ਵੱਲ ਨੂੰ ਫੈਲ ਜਾਂਦੇ ਨੇ, ਭਟਕਣਾ ਦੇ ਵਿੱਚ ਪੈ ਜਾਂਦੇ ਨੇ। ਇਹ ਉਦਾਹਰਣ ਦਿੱਤੀ ਹੈ ਮਨੁੱਖ ਦੇ ਲਈ ਕਿ ਜੋ ਮਨੁੱਖ ਪਰਮਾਤਮਾ ਦੇ ਲੜ ਲੱਗਿਆ ਹੋਇਆ ਹੈ ਉਹ ਸੋਹਣਾ ਹੈ, ਸੁਹਾਵਦਾ ਹੈ, ਤੇ ਜਦੋਂ ਪਰਮਾਤਮਾ ਦੇ ਨਾਲੋਂ ਟੁੱਟ ਗਿਆ, ਵਿਛੋੜਾ ਪੈ ਗਿਆ, ਤਾਂ ਭੰਬੂਆਂ ਦੇ ਵਾਂਗ ਇੱਧਰ ਉੱਧਰ ਭਟਕਣ ਲੱਗਦਾ ਹੈ। ਮਹਿਲਾ ਪੰਜਵਾਂ। ਵਿਸਾਰੇ ਦੇ ਮਰ ਗਏ, ਮਰ ਭੀ ਨਾ ਸਕੈ ਮੂਲ। ਪਰਮਾਤਮਾ ਨੂੰ ਵਿਸਾਰਨ ਵਾਲੇ ਬੰਦੇ ਮੋਏ ਹੋਏ ਜਾਣੋ। ਸਮਝ ਲਓ ਕਿ ਉਹ ਮਰ ਗਏ ਪਰ ਚੰਗੀ ਤਰ੍ਹਾਂ ਮਰ ਵੀ ਨਹੀਂ ਸਕਦੇ। ਸਰੀਰ ਉਹਨਾਂ ਦੇ ਜਿਉਂਦੇ ਹੁੰਦੇ ਨੇ, ਆਤਮਾ ਮਰ ਚੁੱਕੀ ਹੁੰਦੀ ਹੈ। ਅੰਤਰ ਆਤਮੇ ਨੂੰ ਦੁੱਖ ਹੀ ਇੰਨੇ ਲੱਗੇ ਹੁੰਦੇ ਨੇ ਕਿ ਸਰੀਰ ਰੂਪੀ ਬੁੱਤ ਸਾਹ ਤੇ ਲੈ ਰਿਹਾ ਹੈ, ਪਰ ਉਹਨਾਂ ਨੂੰ ਉਹ ਜ਼ਿੰਦਗੀ ਲੱਗਦੀ ਨਹੀਂ, ਕਿਉਂਕਿ ਮਾਇਆ ਦੇ ਮੋਹ ਕਾਰਨ, ਵੱਖ-ਵੱਖ ਵਿਕਾਰਾਂ ਦੇ ਕਾਰਨ
ਜ਼ਿੰਦਗੀ ਦੇ ਵਿੱਚ ਦੁੱਖ ਹੀ ਇੰਨੇ ਜ਼ਿਆਦਾ ਸਹੇੜ ਲਏ ਹੁੰਦੇ ਨੇ ਕਿ ਜੀਵਨ ਲੱਗਦਾ ਹੀ ਨਹੀਂ। ਵੇਮੁਖ ਹੋਏ ਰਾਮ ਤੇ ਜਿਉਂ ਤਸਕਰ ਉੱਪਰ ਸੂਲ। ਜਿਹੜੇ ਲੋਕ ਪ੍ਰਮਾਤਮਾ ਨਾਲੋਂ ਮੁੱਖ ਮੋੜ ਲੈਂਦੇ ਹਨ ਉਹ ਇੰਜ ਹੀ ਜਾਣੋ ਜਿਵੇਂ ਸੂਲੀ ਦੇ ਉੱਪਰ ਚੋਰ ਟੰਗਿਆ ਹੋਵੇ। ਪੌੜੀ। ਸੁਖ ਨਿਧਾਨ ਪ੍ਰਭ ਏਕ ਹੈ ਅਬਿਨਾਸ਼ੀ ਸੁਣਿਆ। ਸੁੱਖਾਂ ਦਾ ਖਜ਼ਾਨਾ ਇੱਕ ਪ੍ਰਮਾਤਮਾ ਹੀ ਹੈ ਤੇ ਉਹ ਪ੍ਰਮਾਤਮਾ ਅਬਿਨਾਸ਼ੀ ਸੁਣਿਆ ਜਾਂਦਾ ਹੈ। ਉਸ ਪ੍ਰਮਾਤਮਾ ਬਾਰੇ ਇਹ ਮੰਨਿਆ ਜਾਂਦਾ ਹੈ, ਇਹ ਸੁਣੀਦਾ ਹੈ ਕਿ ਉਹ ਅਬਿਨਾਸ਼ੀ ਹੈ, ਉਹਦਾ ਕਦੇ ਵਿਨਾਸ਼ ਨਹੀਂ ਹੋ ਸਕਦਾ। ਜਲ ਥਲ ਮਹੀਲ ਪੂਰਿਆ ਘਟ ਘਟ ਹਰ ਭਣਿਆ। ਪਾਣੀ ਵਿੱਚ, ਧਰਤੀ ਦੇ ਅੰਦਰ, ਧਰਤੀ ਦੇ ਉੱਪਰ, ਹਰ ਥਾਂ ਉਹ ਪ੍ਰਮਾਤਮਾ ਮੌਜੂਦ ਹੈ। ਹਰੇਕ ਸਰੀਰ ਦੇ ਵਿੱਚ ਵੱਜਦਾ ਕਿਹਾ ਜਾਂਦਾ ਹੈ। ਊਚ ਨੀਚ ਸਭ ਇੱਕ ਸਮਾਨ ਕੀਟ ਹਸਤੀ ਬਣਿਆ। ਪ੍ਰਮਾਤਮਾ ਦੀ ਨਜ਼ਰ ਦੇ ਵਿੱਚ ਕੋਈ ਉੱਚਾ ਤੇ ਕੋਈ ਨੀਵਾਂ ਨਹੀਂ, ਸਭ ਇੱਕ ਬਰਾਬਰ ਹਨ। ਸਾਰਿਆਂ ਦੇ ਵਿੱਚ ਹੀ ਇੱਕੋ ਜਿਹਾ ਪ੍ਰਮਾਤਮਾ ਵਰਤ ਰਿਹਾ ਹੈ। ਕੀੜੀ ਵੀ ਉਸ ਪ੍ਰਮਾਤਮਾ ਤੋਂ ਬਣੀ ਹੈ ਤੇ ਹਾਥੀ ਵੀ। ਮੀਤ ਸਖਾ ਸੁਤ ਬੰਧ ਪੋ ਸਭ ਤਿਸ ਦੇ ਜਣਿਆ। ਸਾਰੇ ਹੀ ਮਿੱਤਰ, ਸਾਥੀ, ਪੁੱਤਰ, ਸੰਬੰਧੀ ਸਭ ਉਸ ਪ੍ਰਮਾਤਮਾ ਦੇ ਹੀ ਪੈਦਾ ਕੀਤੇ ਹੋਏ ਹਨ। ਤੁਸ ਨਾਨਕ ਦੇਵੈ ਜਿਸ ਨਾਮ ਤਿਨ ਹਰ ਰੰਗ ਮਣਿਆ। ਜਿਸ ਜੀਵ ਨੂੰ ਗੁਰੂ ਨਾਨਕ ਤੁੱਠ ਕੇ ਨਾਮ ਦਿੰਦਾ ਹੈ, ਖੁਸ਼ ਹੋ ਕੇ ਨਾਮ ਦਿੰਦਾ ਹੈ, ਉਸਨੇ ਹੀ ਹਰੀ ਨਾਮ ਦਾ ਰੰਗ ਮਾਣਿਆ ਹੈ। ਸ਼ਲੋਕ ਮਹਿਲਾ ਪੰਜਵਾਂ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ। ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਮਨੁੱਖਾਂ ਨੂੰ ਸਾਹ ਲੈਂਦਿਆਂ ਤੇ ਖਾਂਦਿਆਂ ਕਦੇ ਰੱਬ ਨਹੀਂ ਭੁੱਲਦਾ, ਜਿਨ੍ਹਾਂ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਰੂਪ ਮੰਤਰ ਵਸ ਰਿਹਾ ਹੈ, ਹੇ ਨਾਨਕ ਉਹੀ ਬੰਦੇ ਮੁਬਾਰਕ ਹਨ ਤੇ ਉਹੀ ਪੂਰਨ ਸੰਤ ਹਨ। ਮਹਿਲਾ ਪੰਜਵਾਂ। ਅੱਠੇ ਪਹਿਰ ਭੌਂਦਾ ਫਿਰੈ ਖਾਵਣ ਸੰਦੜੈ ਸੂਲ। ਦੋਜਕ ਪਾਉਂਦਾ ਕਿਉਂ ਰਹੈ ਜਾਂ ਚਿੱਤ ਨਾ ਹੋਏ ਰਸੂਲ। ਜੇ ਕੋਈ ਮਨੁੱਖ ਦਿਨ ਰਾਤ ਖਾਣ ਦੇ ਦੁੱਖ ਵਿੱਚ ਹੀ ਭਟਕਦਾ ਫਿਰੇ, ਢਿੱਡ ਦੇ ਝੁਲਕੇ ਲਈ ਹੀ ਭਟਕਦਾ ਫਿਰੇ, ਹਰ ਵਕਤ ਇਹੀ ਸੋਚਦਾ ਰਹੇ ਕਿ ਕਿੱਥੋਂ ਕਿਵੇਂ ਧਨ ਪਦਾਰਥ ਇਕੱਠਾ ਕਰਾਂ, ਜਿਸ ਦੇ ਚਿੱਤ ਵਿੱਚ ਗੁਰੂ ਪੈਗੰਬਰ ਦੇ ਰਾਹੀਂ ਰੱਬ ਯਾਦ ਨਾ ਹੋਵੇ, ਤਾਂ ਉਹ ਦੋਜ਼ਖ ਵਿੱਚ ਪੈਣੋਂ ਕਿਵੇਂ ਬਚ ਸਕਦਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 319ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਦੋ ਬੜੀਆਂ ਹੀ ਵਧੀਆ ਉਦਾਹਰਨਾਂ ਦੇ ਨਾਲ ਬੜੀਆਂ ਹੀ ਮਹੱਤਵਪੂਰਨ ਸਿੱਖਿਆਵਾਂ ਦਿੱਤੀਆਂ। ਪਹਿਲੀ ਇਹ ਕਿ ਅਸਮਾਨੀ ਬਿਜਲੀ ਦੀ ਬੁਨਿਆਦ ਜਿਸ ਪ੍ਰਕਾਰ ਬੜੀ ਥੋੜ੍ਹੀ ਹੁੰਦੀ ਹੈ, ਉਸੇ ਪ੍ਰਕਾਰ ਹੀ ਮਨੁੱਖ ਦੀ ਜ਼ਿੰਦਗੀ ਦੀ ਬੁਨਿਆਦ ਵੀ ਬੜੀ ਥੋੜ੍ਹੀ ਹੈ। ਤੇ ਦੂਜੀ ਇਹ ਕਿ ਜਦ ਤੱਕ ਅਸੀਂ ਪ੍ਰਮਾਤਮਾ ਦੇ ਲੜ ਲੱਗੇ ਹੋਏ ਹਾਂ, ਅਸੀਂ ਸੁਹਾਵਦੇ ਹਾਂ, ਸੋਹਣੇ ਲੱਗਦੇ ਹਾਂ। ਜਦੋਂ ਪ੍ਰਮਾਤਮਾ ਦੇ ਨਾਲੋਂ ਟੁੱਟ ਜਾਈਏ ਤਾਂ ਅੱਕਾਂ ਦੇ ਭਬੂਆਂ ਵਾਂਗ ਭਟਕਦੇ ਫਿਰਦੇ ਰਹਿੰਦੇ ਹਾਂ। ਤੇ ਨਾਲ ਦੀ ਨਾਲ ਹੀ ਗੁਰੂ ਸਾਹਿਬ ਨੇ ਅੰਮ੍ਰਿਤ ਵੇਲੇ ਦਾ, ਪੌ ਫਟਾਲੇ ਦੇ ਸਮੇਂ ਦਾ ਬੜਾ ਹੀ ਵਧੀਆ ਦ੍ਰਿਸ਼ ਸਾਡੇ ਸਾਹਮਣੇ ਪੇਸ਼ ਕਰਕੇ ਅੰਮ੍ਰਿਤ ਵੇਲੇ ਦੀ ਮਹੱਤਤਾ ਵੀ ਸਮਝਾਉਣੀ ਕੀਤੀ ਹੈ। ਉਮੀਦ ਕਰਦੇ ਹਾਂ ਇਹ ਸਾਰੀਆਂ ਹੀ ਗੱਲਾਂ ਤੁਹਾਨੂੰ ਸਮਝ ਦੇ ਵਿੱਚ ਆ ਗਈਆਂ ਹੋਣਗੀਆਂ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਹਾਂ ਪੱਖੀ ਤਬਦੀਲੀ ਲੈ ਕੇ ਆਉਣਗੀਆਂ। ਵੀਡੀਓ ਨੂੰ ਅੰਤ ਤੱਕ ਵੇਖਣ ਸੁਣਨ ਦੇ ਲਈ ਤੁਹਾਡਾ ਬੜਾ ਹੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।